ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਓ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੀ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪਰਕਾਸਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ ਦੋਹਰਾ ਦੁਰਗ ਵਿਖੇ ਕੀਰੇ ਮੈਂ ਪਾਰੇ ਸੂਜਤ ਹਲਾਕੋ ਹੋਈ ਨਰ ਮਰੇ ਕੀਰਤਕ ਲਰ ਕਰ ਮਰੇ ਜੁਜਾਰੇ ਚੇਤਕ ਮਾਰੇ ਗਏ ਸੋ ਮਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਪਵਿੱਤਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪਾਂ ਵਿਚਾਰਾਂ ਸਰਵਣ ਕਰੀਆਂ ਸਨ। ਬੰਦਾ ਸਿੰਘ ਬਹਾਦਰ ਨੇ ਜਦੋਂ ਸਾਰੇ ਦੁਸ਼ਮਣਾਂ ਨੂੰ ਮੁਗਲਾਂ ਨੂੰ ਜ਼ੁਲਮ ਕਰਨ ਵਾਲਿਆਂ ਨੂੰ ਨੇਸ ਤੋਂ ਨਬੂਦ ਕਰ ਦਿੱਤਾ, ਸਮਾਣਾ ਸੰਢੌਰਾ ਇਹਨਾਂ ਥਾਵਾਂ ਦੇ ਉੱਤੇ ਰਹਿਣ ਵਾਲੇ ਜਲਾਦਾਂ ਨੂੰ ਖਤਮ ਕਰ ਦਿੱਤਾ, ਵਜੀਦੇ ਨੂੰ ਖਤਮ ਕਰ ਦਿੱਤਾ, ਗੁਰਦਾਸਗੜ੍ਹੀ ਨੰਗਲ ਦੇ ਵਿੱਚ ਆ ਗਿਆ। ਇੱਥੇ ਆ ਕਰਕੇ ਗੁਰੂ ਪਿਆਰਿਓ ਕਾਫੀ ਫੌਜਾਂ ਘਟ ਗਈਆਂ। ਭਾਈ ਸਾਹਿਬ ਜੀ ਦੇ ਨਾਲ ਲਗਭਗ 200 ਸਾਥੀ ਸਨ ਔਰ ਲੱਖਾਂ ਦੀ ਗਿਣਤੀ ਵਿੱਚ ਫੌਜ ਨੇ ਘੇਰਾ ਪਾ ਲਿਆ ਅਤੇ 8 ਮਹੀਨੇ ਜਿਹੜਾ ਹੈ ਘੇਰਾ ਰਿਹਾ। ਉਸ 8 ਮਹੀਨਿਆਂ ਦੌਰਾਨ ਭਾਵੇਂ ਕਿ ਬਾਬਾ ਬਨੋਰ ਸਿੰਘ ਕਾਹਨ ਸਿੰਘ ਹੋਰਾਂ ਨੇ ਕਾਫੀ ਜੱਦੋ-ਜਹਿਦ ਕਰਕੇ ਬਾਹਰੋਂ ਰਾਸ਼ਨ ਪਾਣੀ ਅੰਦਰ ਲੈ ਕੇ ਜਾਣਾ ਘੇਰੇ 'ਚੋਂ ਲੰਘਾ ਕੇ, ਪਰ ਅਖੀਰ ਗੁਰੂ ਪਿਆਰੋ ਇਹਨਾਂ ਦੁਸ਼ਟਾਂ ਦਾ ਜ਼ੋਰ ਪੈ ਗਿਆ ਔਰ ਗੜ੍ਹੀ ਨੰਗਲ ਦੇ ਵਿੱਚ ਵੜ ਕਰਕੇ ਇਹਨਾਂ ਨੇ ਬੰਦਾ ਸਿੰਘ ਬਹਾਦਰ ਅਤੇ ਉਹਦੇ ਸਾਥੀਆਂ ਨੂੰ ਜਿਹੜਾ ਹੈ ਗੁਰੂ ਪਿਆਰੋ ਗ੍ਰਿਫਤਾਰ ਕਰ ਲਿਆ। 8 ਮਹੀਨੇ ਘੇਰਾ ਲਗਾਤਾਰ ਚੱਲਿਆ, ਜਿਸ ਦੌਰਾਨ ਅੰਦਰਲੇ ਸਿੰਘਾਂ ਨੇ ਬੰਦੂਕ ਦੇ ਨਾਲ ਜੰਗ ਕੀਤਾ, ਗੋਲੀਆਂ ਨਾਲ ਤੀਰਾਂ ਨਾਲ ਜੰਗ ਕੀਤਾ ਔਰ ਭੁੱਖ ਤੋਂ ਸਰੀਰ ਨੂੰ ਬਚਾਉਣ ਵਾਸਤੇ, ਧਰਮ ਦੇ ਵਾਸਤੇ ਸਰੀਰ ਦੀ ਲੋੜ ਹੈ, ਸਰੀਰ ਵਾਸਤੇ ਭੋਜਨ ਦੀ ਲੋੜ ਹੈ। ਜਦੋਂ ਹੋਰ ਕੁਝ ਨਾ ਮਰਿਆ ਤੇ ਫਿਰ ਸਿੰਘਾਂ ਨੇ ਅੰਦਰ ਛੋਲਿਆਂ ਦੀ ਮੁੱਠੀ ਖਾ ਕੇ ਔਰ ਗੁਰੂ ਪਿਆਰਿਓ ਘੋੜਿਆਂ ਆਦਿ ਦਾ ਮਾਸ ਖਾ ਕੇ, ਹੋਰ ਪੱਤੇ ਖਾ ਕੇ ਦਰਖਤਾਂ ਦੇ ਸਮਾਂ ਲੰਘਾਇਆ। ਇਹ 2 ਵਾਰੀ ਸਮਾਂ ਐਸਾ ਆਇਆ, ਇੱਕ ਵਾਰੀ ਆਨੰਦਪੁਰ ਦੇ ਕਿਲ੍ਹੇ 'ਚ, ਇੱਕ ਵਾਰੀ ਗੜ੍ਹੀ ਗੁਰਦਾਸ ਨੰਗਲ ਦੇ ਵਿੱਚ। ਅਖੀਰ ਇਹਨਾਂ ਨੇ ਬੰਦਾ ਸਿੰਘ ਬਹਾਦਰ ਅਤੇ ਉਸਦੇ 2 ਸਾਥੀਆਂ ਨੂੰ ਜਿਹੜਾ ਹੈ ਗੁਰੂ ਪਿਆਰਿਓ ਕਾਬੂ ਕਰ ਲਿਆ ਅਤੇ ਫਿਰ ਉਹਨਾਂ ਨੂੰ ਲੈ ਕਰਕੇ ਕਿਸ ਤਰ੍ਹਾਂ ਇਹ ਲਾਹੌਰ ਜਾਂਦੇ ਆ ਅਤੇ ਫਿਰ ਕਿਵੇਂ ਸ਼ਹੀਦੀਆਂ ਹੁੰਦੀਆਂ। ਅੱਜ ਕੌਮ ਦੇ ਮਹਾਨ ਸ਼ਹੀਦ ਸਿਰਲੱਥ ਯੋਧੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ। ਸਾਵਣ ਦੇ ਸੰਗਰਾਂਦ ਵਾਲੇ ਦਿਨ ਭਾਵ ਸਾਵਣ ਦੀ ਏਕੋ ਨੂੰ ਹੀ ਭਾਈ ਸਾਹਿਬ ਜੀ ਨੇ 22 ਦਿਨ
ਬਿਨਾਂ ਖੋਪੜੀ ਤੋਂ ਚੌਂਕੜਾ ਮਾਰ ਕੇ ਲੰਘਾਏ। ਔਰ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਦੁਸ਼ਟ ਨੂੰ ਜੁੱਤੀ ਮੂਹਰੇ ਲਿਜਾ ਕੇ ਆਪਣੇ ਨਾਲ ਲਿਜਾ ਕਰਕੇ ਜ਼ਕਰੀਆ ਖਾਨ ਨੂੰ ਖਤਮ ਕੀਤਾ ਹੈ ਔਰ ਫਿਰ ਉਹਨਾਂ ਨੇ ਸਰੀਰ ਤਿਆਗਿਆ। ਇਹ ਵਿਚਾਰਾਂ ਅੱਜ ਆਪਾਂ ਸਰਵਣ ਕਰਾਂਗੇ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਕਾਨ ਸਿੰਘ ਸਮਝਾਏ ਕੇ ਪਿਤ ਸਨ ਕਹਿਓ ਬਣਾਏ। ਤਾਂ ਗੁਰੂ ਪਿਆਰਿਓ, ਆਪਾਂ ਸਰਵਣ ਕਰ ਰਹੇ ਸੀ ਕਿ ਕੁਝ ਸਿੰਘਾਂ ਦੇ ਵਿੱਚ ਆਪਸੀ ਮਤਭੇਦ ਹੋ ਗਏ, ਜਿਸ ਕਰਕੇ ਭਾਈ ਕਾਹਨ ਸਿੰਘ, ਬਾਬਾ ਬਨੋਦ ਸਿੰਘ ਇਹ ਦੋਨੇ ਪਿਓ ਪੁੱਤਰ ਹੈ ਔਰ ਹੋਰ 3-4 ਸਿੰਘਾਂ ਦੀ 5 ਸਿੰਘਾਂ ਦੀ ਡਿਊਟੀ ਲਾਈ ਸੀ ਬੰਦਾ ਸਿੰਘ ਬਹਾਦਰ ਦੇ ਨਾਲ ਰਹਿਣ ਦੀ। ਜਦੋਂ ਕਿਸੇ ਕਾਰਨ ਇਹਨਾਂ ਵਿੱਚ ਮਤਭੇਦ ਹੋ ਗਿਆ ਤੇ ਕਾਹਨ ਸਿੰਘ ਆਪਣੇ ਪਿਤਾ ਨੂੰ ਕਹਿਣ ਲੱਗਿਆ, ਪਿਤਾ ਜੀ ਲੜਾਈ ਨਾਲੋਂ ਤਾਂ ਆਪਾਂ ਨੂੰ ਪਾਸੇ ਹੋ ਜਾਣਾ ਚਾਹੀਦਾ, ਲੜਾਈ ਚੰਗੀ ਨਹੀਂ, ਇਸ ਕਰਕੇ ਤੁਮ ਨਿਕ ਸੋ ਤਜ ਸੰਗ ਕੋ ਜਗ ਨਾ ਵਿੱਚ ਹੋ ਜਾਏ। ਆਪਾਂ ਜੰਗ ਨਹੀਂ ਕਰਨਾਗਾ, ਤੁਸੀਂ ਨਿਕਲ ਜਾਓ ਇੱਥੋਂ, ਆਪਣੇ ਇਲਾਕੇ ਨੂੰ ਚੱਲੋ। ਦੋਹਰਾ ਗੋਇੰਦਵਾਲ ਸਤਨ ਪਹੁੰਚੀ ਜੈ ਇਸ ਮੂਰਖ ਸੋਰਿਸ ਨੈ ਦੀਜੈ। ਔਰ ਤੁਸੀਂ ਗੁੱਸਾ ਛੱਡੋ, ਲੱਗਦਾ ਹੈ ਕਿ ਹੁਣ ਆਖਰੀ ਸਮਾਂ ਆ ਗਿਆ, ਬੰਦਾ ਸਿੰਘ ਬਹਾਦਰ ਦੀ ਵੀ ਸ਼ਹੀਦੀ ਹੋਣੀ ਆ, ਤਾਂ ਦੇ ਗੁੱਸਾ ਛੱਡੋ, ਚਲੇ ਜਾਓ ਜੀ। ਸਤਿਗੁਰ ਕਹਿਓ ਭੋਜਨੋ ਹਮੈ ਹਿਤ ਸਹਾਇਤਾ ਕੀ ਸਭ ਸਮੈ। ਪਰ ਬਾਬਾ ਬਨੋਦ ਸਿੰਘ ਕਹਿਣ ਲੱਗਿਆ, ਨਹੀਂ, ਮੈਨੂੰ ਗੁਰੂ ਸਾਹਿਬ ਨੇ ਹੁਕਮ ਲਾਇਆ ਹੈ ਕਿ ਤੂੰ ਬੰਦਾ ਸਿੰਘ ਬਹਾਦਰ ਦੀ ਮਦਦ ਕਰਨੀ ਹੈ, ਇਸ ਕਰਕੇ ਮੈਂ ਗੁਰੂ ਸਾਹਿਬ ਦਾ ਹੁਕਮ ਵਜਾਵਾਂਗਾ। ਗੁਰ ਕੀ ਆਗਿਆ ਭੰਗ ਨਾ ਕਰੋ ਰਹੋ ਸੰਗ ਮੈਂ ਤੁਮ ਚੜ ਪਰੋ। ਕਾਹਨ ਸਿੰਘ ਨੂੰ ਕਹਿੰਦੇ, ਤੂੰ ਜਾਣਾ ਤਾਂ ਚਲਿਆ ਜਾ, ਮੈਂ ਤਾਂ ਨਹੀਂ ਜਾਂਦਾ, ਮੈਂ ਤਾਂ ਆਖਰੀ ਸਮੇਂ ਤੱਕ ਇਹਦੇ ਨਾਲ ਰਹਾਂਗਾ ਗੁਰੂ ਦੇ ਹੁਕਮ ਅੰਦਰ। ਜੋ ਅੰਤੀ ਸਕੋ ਅਬਿਆਈ ਤੁਮ ਹੱਥ ਕਰ ਕਿਉਂ ਲੀਤ ਬੁਰਾਈ। ਕਾਹਨ ਸਿੰਘ ਕਹਿਣ ਲੱਗਿਆ, ਬੰਦਾ ਸਿੰਘ ਬਹਾਦਰ ਦਾ ਆਖਰੀ ਸਮਾਂ ਨੇੜੇ ਆ ਗਿਆ, ਕਿਉਂਕਿ ਦਿਸਦਾ ਹੈ ਸਾਹਮਣੇ ਲੱਛਣ ਦਿਸਦੇ ਹੈ, ਬਹੁਤ ਜ਼ੁਲਮਾਂ ਦੀ, ਮੁਗਲਾਂ ਦੀ ਲੱਖਾਂ ਦੀ ਗਿਣਤੀ ਵਿੱਚ ਹੈ, ਅੰਦਰ ਥੋੜ੍ਹੇ ਸਿੰਘ ਹਨ, ਅਖੀਰ ਤਾਂ ਗ੍ਰਿਫਤਾਰੀਆਂ ਹੋਣੀਆਂ ਹਨ। ਇਸ ਕਰਕੇ ਆਪਾਂ ਇੱਥੇ ਲੜਾਈ ਨਾ ਕਰਨ ਦੀ ਬਜਾਏ ਚੱਲੀਏ। ਜੋ ਅੰਤ ਇਸ ਕੋ ਅਬਿਆਈ ਤੁਮ ਹੱਥ ਕਰ ਕਿਉਂ ਲੀਤ ਬੁਰਾਈ। ਔਰ ਆਪਾਂ ਇਸ ਬੁਰਾਈ ਨੂੰ ਨਾ ਲਈਏ, ਇਸ ਕਰਕੇ ਆਪਣਾ ਜਾਣਾ ਠੀਕ ਹੈ। ਸੁਨ ਬਿਨੋਦ ਸਿੰਘ ਭਲੇ ਵਿਚਾਰਾ ਪਾਏ ਜੀਨ ਹੋ ਅਸਵਾਰਾ। ਤੋ ਬਾਬਾ ਬਨੋਦ ਸਿੰਘ ਕਹਿਣ ਲੱਗੇ ਆਪਣੇ ਪੁੱਤਰ ਨੂੰ, ਠੀਕ ਹੈ ਪੁੱਤਰਾ, ਫਿਰ ਜੇ ਤੈਨੂੰ ਇਉਂ ਲੱਗਦਾ ਤੇ ਫਿਰ ਆਪਾਂ ਪਾਸੇ ਹੋ ਜਾਣੇ ਆ, ਲੜਾਈ ਤੋਂ ਟਲ ਜਾਂਦੇ ਹਾਂ। ਸੁਰਗ ਪੌਰ ਤੇ ਨਿਕਸਿਓ ਬਾਹਰ ਸੰਧਿਆ ਸਮੇਂ ਜਾਣ ਤਿਸ ਠਾਰ। ਔਰ ਸ਼ਾਮਾਂ ਦੇ ਸਮੇਂ ਆਪਣਾ ਬਾਬਾ ਬਨੋਦ ਸਿੰਘ ਨੇ ਆਪਣਾ ਘੋੜਾ ਤਿਆਰ ਕੀਤਾ ਹੈ। ਤੇਜ ਤਰੰਗਮ ਕਰਤ ਬਿਲਾਇਓ ਲਸ਼ਕਰ ਵਿੱਚ ਬਾਈ ਸਮਤਾਇਓ। ਔਰ ਅੱਡੀ ਲਾ ਕੇ ਘੋੜੇ ਨੂੰ ਤੇਜ਼ ਭਜਾਇਆ ਤੇ ਲਸ਼ਕਰ ਦੇ ਵਿੱਚੋਂ ਦੀ ਨਿਕਲ ਗਿਆ। ਰਹੀ ਰੂਪ ਸਭ ਰੋਕਿਓ ਨਾ ਕੈਸੇ ਮ੍ਰਿਗਨ ਬ੍ਰਿੰਦ ਤੇ ਕੇਹਰ ਜੈਸੇ। ਜਿਸ ਤਰ੍ਹਾਂ ਮਿਰਗਾਂ ਦੀ ਡਾਰ ਵਿੱਚੋਂ ਸ਼ੇਰ ਨਿਕਲ ਜਾਂਦਾ, ਇਸੇ ਤਰ੍ਹਾਂ ਮੁਗਲਾਂ ਦੇ ਪਾਏ ਘੇਰੇ ਚੋਂ ਬਨੋਦ ਸਿੰਘ ਨਿਕਲ ਗਿਆ। ਗੋਇੰਦਵਾਲ ਪਹੁੰਚੀ ਜਾਈ ਬਸੇ ਸਦਨ ਮੇ ਸਹਿਜ ਸੁਭਾਈ। ਇਹ ਆਪਣੇ ਘਰ ਚਲੇ ਗਏ ਹਨ। ਦੁਰਗ ਵਿਖੇ ਘੇਰੇ ਮੈਂ ਪਰੇ ਚੂਜਤਾ ਲਾਖ ਹੋਏ ਨਰ ਮਰੇ। ਔਰ ਇਧਰ ਜਿਹੜਾ ਹੈ ਘੇਰਾ ਪੈ ਗਿਆ ਕਿਲੇ ਨੂੰ, ਗੁਰਦਾਸਗੜ੍ਹੀ ਨੰਗਲ ਨੂੰ, ਔਰ ਬਹੁਤ ਸਾਰੇ ਭੁੱਖ ਦੇ ਨਾਲ ਮਾਰੇ ਗਏ ਤੇ ਬਹੁਤ ਸਾਰੇ ਜੰਗ ਕਰਦੇ ਹੋਏ ਸ਼ਹੀਦ ਹੋ ਗਏ ਜੀ। ਜੇਤਕ ਦਰ ਮਰੇ ਜੁਜਾਰੇ ਜੇਤਕ ਮਾਰੇ ਗਏ ਸੋ ਮਾਰੇ। ਔਰ ਕਈਆਂ ਨੇ ਸੋਚਿਆ ਮਰਨਾ ਤਾਂ ਹੈਗਾ, ਫਿਰ ਭੁੱਖੇ ਕਿਉਂ ਮਰੀਏ, ਕਈਆਂ ਨੂੰ ਮਾਰ ਕੇ ਮਰਾਂਗੇ। ਉਹਨਾਂ ਨੇ ਗੜੀ ਚੋਂ ਬਾਹਰ ਨਿਕਲਣਾ, ਜਿੱਥੇ ਘੇਰੇ ਤੇ ਬੈਠੀ ਹੈ ਫੌਜ ਉਹਨਾਂ ਦੇ ਨਾਲ ਜੰਗ ਕਰਨਾ, ਔਰ ਕਈ ਮੁਗਲਾਂ ਨੂੰ ਮਾਰ ਕੇ ਸ਼ਹੀਦੀਆਂ ਪ੍ਰਾਪਤ ਕਰਨੀਆਂ। ਔਰ ਲਸ਼ਕਰ ਕਹਿਲਾ ਦੁਰਗ ਪੌਰ ਕੋ ਤੋੜਤ ਕੀਲਾ। ਅਖੀਰ ਓਲਡ ਹੁੰਦਾ ਬੇਅੰਤ ਫੌਜ, ਲੱਖਾਂ ਦੀ ਗਿਣਤੀ ਵਿੱਚ ਜਿਹੜੀ ਹੈ ਮੁਗਲਾਂ ਦੀ ਫੌਜ, ਉਹਨੇ ਘੇਰਾ ਪਾ ਲਿਆ ਔਰ ਗੜੀ ਦੇ ਕਿਲੇ ਨੂੰ ਤੋੜਨ ਦੀ ਸਲਾਹ ਕੀਤੀ ਹੈ। ਸਨਮੁਖ ਭਾਈ ਸੋ ਤਤ ਚਿਨ ਮਾਰੀ ਆਪਰ ਛੁਦਤ ਪਕੜੀ ਪਟ ਸਾਰੀ। ਇਸ ਤਰ੍ਹਾਂ ਗੁਰੂ ਪਿਆਰਿਓ
ਅਖੀਰ ਅਬਦੁਲ ਸਮੁੰਦ ਖਾਂ ਜਿਹੜਾ ਜਰਨੈਲ ਹੈ ਫੌਜ ਦੇ ਨਾਲ, ਇਹਨਾਂ ਨੇ ਬੰਦਾ ਸਿੰਘ ਬਹਾਦਰ ਦੇ ਨਾਲ ਇੱਕ ਚਲਾਕੀ ਖੇਡੀ ਹੈ ਕਿ ਗੜੀ ਤਾਂ ਇਹਨਾਂ ਤੋਂ ਨਹੀਂ ਸਰ ਹੋਈ, ਗੜੀ ਨਹੀਂ ਜਿੱਤੀ ਗਈ, ਗੜੀ 'ਚੋਂ ਨਹੀਂ ਨਿਕਲ ਸਕੇ। ਇਹਨਾਂ ਨੇ ਇਕਰਾਰ ਕਰ ਲਿਆ, ਉਸੇ ਤਰ੍ਹਾਂ ਹੀ ਜਿਵੇਂ ਪੰਮੇ ਬਾਹਮਣ ਨੇ ਗੁਰੂ ਗੋਬਿੰਦ ਸਿੰਘ ਹੋਰਾਂ ਨੂੰ ਕਿਹਾ ਸੀਗਾ ਕਿ ਤੁਸੀਂ ਅਨੰਦਪੁਰ ਦਾ ਕਿਲ੍ਹਾ ਛੱਡ ਦਿਓ, ਅਸੀਂ ਕੁਛ ਨਹੀਂ ਕਹਿੰਦੇ, ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, ਅਸੀਂ ਤੁਹਾਨੂੰ ਜਾਣ ਦੇਵਾਂਗੇ। ਪਰ ਜਿਸ ਵੇਲੇ ਗੁਰੂ ਪਿਆਰਿਓ ਉਹਨਾਂ ਨੇ ਫੌਜਾਂ ਸਮੇਤ ਕਿਲ੍ਹੇ 'ਚੋਂ ਬਾਹਰ ਨਿਕਲਣਾ ਕੀਤਾ, ਵੈਸੇ ਪਾਤਸ਼ਾਹ ਸਰਬ ਕਲਾ ਸਮਰੱਥ ਜਾਨੀ ਜਾਣ ਸੀ, ਪਰ ਸਿੰਘਾਂ ਨੇ ਕਿਹਾ ਮਹਾਰਾਜ ਆਪਾਂ ਨੂੰ ਸਮਾਂ ਦਿੰਦੇ, ਆਪਾਂ ਨਿਕਲ ਚੱਲੀਏ, ਫੇਰ ਤਕੜੇ ਹੋ ਕੇ ਫੌਜਾਂ ਤਿਆਰ ਕਰਕੇ ਫੇਰ ਆ ਜਾਾਂਗੇ, ਅਨੰਦਪੁਰ ਤਾਂ ਆਪਣਾ ਹੀ ਆ। ਪਾਤਸ਼ਾਹ ਨੇ ਬਹੁਤ ਕਿਹਾ ਸੀ ਸਿੰਘੋ ਇਹ ਧੋਖੇਬਾਜ਼ ਹਨ, ਇਹ ਧੋਖਾ ਕਰਨਗੇ, ਇਹਨਾਂ ਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਪਰ ਸਿੰਘਾਂ ਦੇ ਬਹੁਤਾ ਕਹਿਣ ਤੇ ਪਾਤਸ਼ਾਹ ਨੇ ਕਿਲ੍ਹਾ ਛੱਡਤਾ ਸੀ। ਇਸੇ ਤਰ੍ਹਾਂ ਹੀ ਅਬਦੁਲ ਸਮੁੰਦ ਖਾਂ ਜਿਹੜਾ ਜਰਨੈਲ ਹੈ, ਇਸ ਨੇ ਗੁਰੂ ਪਿਆਰਿਓ ਵਾਅਦਾ ਕੀਤਾ ਵੀ ਤੁਸੀਂ ਗਲੀ 'ਚੋਂ ਬਾਹਰ ਨਿਕਲ ਜਾਓ, ਅਸੀਂ ਤੁਹਾਨੂੰ ਛੱਡ ਦੇਵਾਂਗੇ। ਪਰ ਇਹਨਾਂ ਨੇ ਵਿਸ਼ਵਾਸਘਾਤ ਉੱਥੇ ਬੰਦਾ ਸਿੰਘ ਬਹਾਦਰ ਜੀ ਨਾਲ ਕੀਤਾ। ਜਦੋਂ ਹੀ ਬੰਦਾ ਸਿੰਘ ਬਹਾਦਰ ਤੇ ਉਹਦੇ ਸਾਥੀ ਬਾਹਰ ਆਏ ਤੇ ਇਹਨਾਂ ਨੇ ਕਸਮਾਂ ਤੋੜ ਕੇ ਉਸੇ ਤਰ੍ਹਾਂ ਹੀ ਇਹਨਾਂ ਤੇ ਹਮਲਾ ਕਰ ਦਿੱਤਾ ਹੈ ਜੀ। ਸਨਮੁਖ ਭਾਈ ਸੋ ਤਤ ਛਿਨ ਮਾਰੇ, ਅਪਰ ਛੁਦਿਤ ਪਕਰੇ ਪਟ ਸਾਰੇ। ਜਦੋਂ ਬੰਦਾ ਸਿੰਘ ਬਹਾਦਰ ਨੇ ਵੇਖਿਆ ਵੀ ਇਹ ਐਂਟੀ ਹੋ ਗਏ ਹਨ, ਇਹ ਤਾਂ ਸਾਨੂੰ ਟਪਾਉਣ ਦੀ ਬਜਾਏ ਲੜਾਈ ਸ਼ੁਰੂ ਕਰਤੀ, ਤੇ ਆਖਰ ਸਿੰਘਾਂ ਦੇ ਕੋਲ ਸ਼ਸਤਰ ਸੀਗੇ, ਉਹਨਾਂ ਨੇ ਲੜਾਈ ਸ਼ੁਰੂ ਕਰ ਦਿੱਤੀ ਹੈ ਤੇ ਲੜਦਿਆਂ ਹੋਇਆਂ ਕਾਫੀ ਮੁਗਲਾਂ ਦੀ ਫੌਜ ਮਾਰੀ ਹੈ। ਪਰ ਅਖੀਰ ਬੰਦਾ ਸਿੰਘ ਬਹਾਦਰ ਦੇ ਸਮੇਤ ਲਗਭਗ 200 ਸਿੰਘ ਉਹਦੇ ਸਾਥੀਆਂ ਨੂੰ ਉਹਨਾਂ ਨੇ ਫੜ ਲਿਆ। ਕਹੋ ਬੀਚ ਤੇ ਬੰਦਾ ਜਾਏ, ਲੋਹ ਪਿੰਜਰਾ ਦ੍ਰਿੜ ਕਰਵਾਏ। ਔਰ ਇੱਕ ਲੋਹੇ ਦਾ ਪਿੰਜਰਾ ਲੈ ਕਰਕੇ ਤਕੜਾ ਜਿਹਾ ਉਹਦੇ ਵਿੱਚ ਬੰਦਾ ਸਿੰਘ ਜੀ ਨੂੰ ਕੈਦ ਕੀਤਾ ਹੈ, ਕਿਉਂਕਿ ਇਹਨਾਂ ਨੂੰ ਇਹ ਖਤਰਾ ਸੀ ਕਿ ਇਹਦੇ ਕੋਲ ਰਿੱਧੀਆਂ ਸਿੱਧੀਆਂ ਹਨ, ਇਹ ਉੱਡ ਜਾਂਦਾ ਹੈ, ਅਲੋਪ ਹੋ ਜਾਂਦਾ, ਕਿਤੇ ਉੱਡ ਹੀ ਨਾ ਜਾਵੇ। ਔਰ ਇਹਨਾਂ ਨੇ ਗੁਰੂ ਪਿਆਰਿਓ ਪਿੰਜਰੇ ਵਿੱਚ ਕੈਦ ਕਰਕੇ ਔਰ ਹਾਥੀ ਦੇ ਉੱਪਰ ਪਿੰਜਰਾ ਰੱਖ ਕੇ ਪਿੰਜਰੇ ਨੂੰ ਹਾਥੀ ਦੇ ਨਾਲ ਬੰਨ੍ਹ ਕੇ ਤਾਂ ਗੁਰਦਾਸਗੜ੍ਹੀ ਨੰਗਲ 'ਚੋਂ ਲਾਹੌਰ ਲੈ ਕੇ ਆਂਦਾ। ਇਸ ਮੈਂ ਪਾਏ ਕੈਦ ਕਰ ਲੀਨਾ, ਅਪਰ ਜੀਰ ਸਭ ਕੋ ਤੈ ਕੀਨਾ। ਔਰ ਬਾਕੀ ਦੇ ਸਾਥੀਆਂ ਨੂੰ ਵੀ ਬੇੜੀਆਂ ਹੱਥ ਕੜੀਆਂ ਲਾ ਕਰਕੇ ਨਾਲ ਤੋਰਿਆ ਹੈ ਜੀ। ਕਰ ਪਾਤਸ਼ਾਹ ਕੀ ਤੀਰ, ਪਹੁੰਚਤ ਭਏ ਅਦਕ ਭਟ ਪੀਰ। ਔਰ ਇਸ ਤਰ੍ਹਾਂ ਗੁਰੂ ਪਿਆਰਿਓ ਜਲੂਸ ਦੇ ਰੂਪ ਦੇ ਵਿੱਚ ਇਹ ਗੁਰਦਾਸਗੜ੍ਹੀ ਨੰਗਲ ਤੋਂ ਲਾਹੌਰ ਲੈ ਕੇ ਬਾਦਸ਼ਾਹ ਦੇ ਕੋਲ ਕੀਤਕ ਮਾਸ ਕੈਦ ਮੇ ਰਾਖਾ, ਪੁਨ ਪਾਤਸ਼ਾਹ ਹੁਕਮ ਅਸ ਭਾਖਾ। ਤਾਂ ਜਦੋਂ ਇਹ 200 ਸਾਥੀਆਂ ਸਮੇਤ ਗੁਰਦਾਸਗੜ੍ਹੀ ਨੰਗਲ ਚੋਂ ਗੁਰੂ ਪਿਆਰਿਓ ਲਾਹੌਰ ਜਾਂਦੇ ਆ, ਉਦੋਂ ਇਹਦੇ ਨਾਲ ਕੇਵਲ 200 ਸਾਥੀ ਫੜੇ ਗਏ ਸੀ। ਪਰ ਏਤਬ ਲੋਕਟ ਨਿਕਟ ਹਕਾਰਾ, ਸ਼ਾਹ ਸੰਗ ਬੰਦੇ ਸੋ ਉਚਾਰਾ। ਔਰ ਇਥੋਂ ਫਿਰ ਗੁਰੂ ਪਿਆਰਿਓ ਲਾਹੌਰ ਤੋਂ ਇਹਨਾਂ ਨੇ ਦਿੱਲੀ ਲੈ ਕੇ ਜਾਣਾ ਹੈ, ਤੇ ਦਿੱਲੀ ਲਿਜਾਣ ਤੋਂ ਪਹਿਲਾਂ ਬਾਦਸ਼ਾਹ ਰਾਜਾ ਜਿਹੜਾ ਹੈ ਬੰਦਾ ਸਿੰਘ ਬਹਾਦਰ ਨੂੰ ਕਹਿੰਦਾ, ਮੁਝ ਕੋ ਕਹਿ ਕੇ ਲਿਆਏ ਹਦੂਰ, ਐਸੋ ਤੋ ਸੋ ਕਿਸਮਕ ਦੂਰ। ਔਰ ਬੰਦੇ ਨੂੰ ਆਪਣੇ ਕੋਲ ਬੁਲਾਇਆ, ਔਰ ਜਿਸ ਵੇਲੇ ਬੰਦਾ ਉਹਨਾਂ ਦੇ ਕੋਲ ਆਇਆ ਤੇ ਕਹਿਣ ਲੱਗਿਆ, ਹਾਂ ਦੱਸੋ ਮੈਨੂੰ ਕਾਹਦੇ ਵਾਸਤੇ ਫੜਿਆ ਹੈ, ਤੁਸੀਂ ਕਿਸ ਤੋਂ ਡਰਦੇ ਹੋ? ਹੋਏ ਨਾ ਸਕੇ ਮਾਰ ਮੁਝ ਤਾਹੀ, ਆਪਣੀ ਬਾਤ ਆਪ ਬਿਗੜਾਈ। ਤੁਸੀਂ ਮੈਨੂੰ ਫੜ ਨਹੀਂ ਸੀ ਸਕਦੇ, ਇਹ ਤਾਂ ਮੇਰੀ ਮਰਜ਼ੀ ਨਾਲ ਹੀ ਮੈਂ ਤੁਹਾਡੇ ਫੜਿਆ ਗਿਆ ਹਾਂ। ਜਿਸ ਗੁਰ ਨੇ ਸਲਤਨ ਤੋ ਦੀਨਾ, ਤਿਸ ਪ੍ਰਭ ਨੇ ਮੋਕੋ ਬੜ ਕੀਨਾ। ਜਿਸ ਗੁਰੂ ਨੇ ਤੁਹਾਨੂੰ ਰਾਜ ਦਿੱਤਾ ਹੈ, ਉਸੇ ਗੁਰੂ ਨੇ ਮੈਨੂੰ ਵੀ ਜਰਨੈਲ ਬਣਾ ਕੇ ਭੇਜਿਆ, ਸ਼ਕਤੀ ਦੇ ਕੇ ਭੇਜਿਆ। ਇਸ ਕੇ ਬਚਨ ਵਿਖੇ ਨ ਰਹਿਓ, ਤੋ ਇਤਕ ਸੰਕਟ ਮੇ ਸਹਿਓ। ਬਸ ਮੈਥੋਂ ਗੁਰੂ ਦੀ ਇੱਕ ਬਚਨ ਅਦੁੱਲੀ ਹੋ ਗਈ ਆ, ਇਸ ਕਰਕੇ ਮੈਂ ਫੜਿਆ ਗਿਆ, ਵਰਨਾ ਮੈਨੂੰ ਤੁਸੀਂ ਕੀ ਫੜਨ ਵਾਲੇ ਹੋ? ਸਬਦ ਬਰਕ ਤੇਰੀ ਬੈਜਾਨ, ਸ੍ਰੀ ਗੁਰ ਕਰਿਓ ਤੋਹੇ ਸੁਲਤਾਨ। ਔਰ ਤੇਰੀ ਉਮਰ ਜਿਹੜੀ ਹੈ 7 ਸਾਲ ਬਾਕੀ ਰਹਿ ਗਈ। ਗੁਰੂ ਨੇ ਤੈਨੂੰ ਇਹੀ ਕਿਹਾ ਸੀ ਨਾ, ਬਾਦਸ਼ਾਹ ਨੂੰ ਕਹਿੰਦੇ ਆ ਕਿ ਗੁਰੂ ਨੇ ਤੈਨੂੰ ਇਹੀ ਕਿਹਾ ਸੀ ਨਾ ਵੀ ਜਿੰਨੀ ਕਿ ਤੇਰੀ ਉਮਰ ਹੈ ਤੂੰ ਰਾਜ ਭੋਗ ਲਾ, ਉਸ ਤੋਂ ਬਾਅਦ ਇਹ ਰਾਜ ਤੁਹਾਡੇ ਕੁੱਲ ਵਿੱਚੋਂ
ਤੁਹਾਡੇ ਮੁਗਲਾਂ ਦੇ ਵਿੱਚੋਂ ਇਹ ਖਤਮ ਹੋ ਜਾਵੇਗਾ। ਮੈਂ ਰਾਜ ਦੀਆਂ ਜੜ੍ਹਾਂ ਰਾਏਕੋਟ ਹੀ ਪੱਟ ਦਿੱਤੀਆਂ ਹਨ, ਪਰ ਤੂੰ ਮਿੰਨਤਾਂ ਕੀਤੀਆਂ, ਇਸ ਕਰਕੇ ਤੈਨੂੰ ਤੇਰੀ ਉਮਰ ਤੱਕ ਰਾਜ ਦਿੰਦੇ ਹਾਂ। ਤੇ ਬੰਦਾ ਸਿੰਘ ਬਹਾਦਰ ਇੱਥੇ ਕਹਿੰਦਾ ਹੈ ਤੇਰੀ 7 ਸਾਲ ਉਮਰ ਬਾਕੀ ਹੈ ਤੇ ਬਸ ਉਦੋਂ ਬਾਅਦ ਹੋਏ ਮਰਨ ਪੀਛੇ 8 ਦਿਨ ਮੈਂ, ਤੇਰੀ ਮਿਲਤੂ ਹੋਈ ਲੱਖ ਮਨ ਮੈਂ। ਔਰ ਬੰਦਾ ਸਿੰਘ ਬਹਾਦਰ ਕਹਿਣ ਲੱਗਿਆ ਮੇਰੀ ਮੌਤ ਤੋਂ ਬਾਅਦ ਤੇਰੀ ਵੀ ਮੌਤ ਪੱਕੀ ਹੈ। ਜਬ ਤੂੰ ਮਰੇ ਜਾਏ ਜਮ ਧਾਮ, ਬਿਗੜੇ ਆਪਣੀ ਰਾਜ ਤਮਾਮ। ਜਦੋਂ ਤੂੰ ਮਰ ਗਿਆ ਤੇ ਫਿਰ ਇਹ ਧਰਤੀ ਦਾ ਰਾਜ ਹੈ ਜਿਹੜਾ ਤੁਹਾਡਾ ਮੁਗਲਾਂ ਦੇ ਕੋਲ, ਇਹ ਸਭ ਖਤਮ ਹੋ ਜਾਣਾ ਹੈ। ਦਿਨ ਪ੍ਰਤ ਨਸੇ ਤੇਜ ਤੁਰਕਾਨਾ, ਸੁਣਤ ਬਹਾਦਰ ਸ਼ਾਹ ਬਖਾਨਾ। ਔਰ ਬਹਾਦਰ ਸ਼ਾਹ ਬਾਦਸ਼ਾਹ ਜਿਹੜਾ ਹੈ, ਜਦੋਂ ਇਸ ਨੂੰ ਬੰਦਾ ਸਿੰਘ ਬਹਾਦਰ ਨੇ ਮੂੰਹ ਤੇ ਖਰੀਆਂ ਕਹੀਆਂ ਤੇ ਇਹਨੂੰ ਗੁੱਸਾ ਆ ਗਿਆ। ਇਸ ਕੀ ਮਾਰੋ ਬਹੀਰ ਲਿਜਾਏ, ਅਪਰਜੇ ਗਏ ਲੋਕ ਸਮਦਾਏ। ਗੁੱਸੇ 'ਚ ਆ ਕੇ ਕਹਿੰਦਾ ਜਾਓ ਇਹਨੂੰ ਫਖਰ ਸ਼ੀਰ ਦੇ ਕੋਲ ਲੈ ਜਾਓ ਔਰ ਇਸ ਨੂੰ ਮਾਰੋ, ਇਹਦੇ ਸਾਥੀਆਂ ਨੂੰ ਵੀ ਮਾਰ ਦਿਓ। ਸਣੇ ਸਣੇ ਸਭ ਕੋ ਮਰਵਾਵੋ, ਕੋਈ ਨਾ ਬਚ ਹੈ ਪ੍ਰਾਨ ਗਵਾਵੋ। ਇਹਨਾਂ ਚੋਂ ਕਿਸੇ ਨੂੰ ਛੱਡਣਾ ਨਹੀਂ। ਖੈਰ ਚਲੋ, ਇਸ ਤਰ੍ਹਾਂ ਗੁਰੂ ਪਿਆਰਿਓ ਫਿਰ ਬੰਦਾ ਸਿੰਘ ਬਹਾਦਰ ਨੂੰ ਉਸੇ ਤਰ੍ਹਾਂ ਹਾਥੀ ਦੇ ਉੱਤੇ ਪਿੰਜਰੇ ਵਿੱਚ ਬੰਨ੍ਹ ਕੇ 200 ਸਿੰਘ ਉਹ, ਤੇ ਜਦੋਂ ਇੱਥੋਂ ਦਿੱਲੀ ਨੂੰ ਜਾਂਦੇ ਆ ਜਲੂਸ ਦੇ ਰੂਪ 'ਚ, ਭਾਵ ਕਿ ਇਹਨਾਂ ਨੂੰ ਨਮੋਸ਼ੀ ਆਵੇ ਵੀ ਲੋਕ ਕੀ ਕਹਿਣਗੇ, ਪਰ ਇਹ ਸਿੰਘ ਸਾਰੇ ਚੜ੍ਹਦੀ ਕਲਾ ਦੇ ਵਿੱਚ ਪਿੰਜਰਿਆਂ ਵਿੱਚ ਸ਼ੇਰ ਹੀ ਕੈਦ ਹੁੰਦੇ ਆ। ਗਿੱਦੜਾਂ ਨੂੰ ਕੌਣ ਪਿੰਜਰਿਆਂ 'ਚ ਕੈਦ ਕਰਦਾ? ਤੇ ਚੜ੍ਹਦੀ ਕਲਾ ਦੇ ਨਾਲ ਜਕਾਰੇ ਛੱਡਦੇ ਹੋਏ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ ਦੇ ਜਕਾਰੇ ਗਜਾਉਂਦੇ ਹੋਏ ਉਸੇ ਤਰ੍ਹਾਂ ਜਲੂਸ ਦੇ ਰੂਪ ਦੇ ਵਿੱਚ ਦਿੱਲੀ ਨੂੰ ਜਾ ਰਹੇ ਸੀ। ਔਰ ਰਸਤੇ ਵਿੱਚੋਂ ਜਿਹੜੇ ਵੀ ਸਿੱਖ ਮਿਲੇ, ਸਿੰਘ ਮਿਲੇ, ਉਹਨਾਂ ਨੂੰ ਫੜ ਕੇ ਇਹਨਾਂ ਦੇ ਬੰਦਿਆਂ ਨੇ ਫੜ ਕੇ ਕੈਦ ਕਰ ਲਿਆ, ਨਾਲ ਹੀ ਉਹ ਬਣ ਲਏ। ਇਉਂ ਚੱਲਦੇ ਲਗਭਗ 700-750 ਬੰਦਾ ਹੋ ਗਏ ਆ ਗੁਰੂ ਪਿਆਰਿਓ। ਤੇ ਇਹਨਾਂ ਨੂੰ ਲੈ ਕਰਕੇ ਫਖਰ ਸ਼ੀਰ ਦੇ ਕੋਲ ਪਹੁੰਚ ਜਾਂਦੇ ਆ। ਫਿਰ ਉੱਥੇ ਫਖਰ ਸ਼ੀਰ ਇਹਨਾਂ ਨੂੰ ਬੁਲਾਉਂਦਾ ਹੈ, ਇਹਨਾਂ ਨੂੰ ਮਿਲਦਾ ਹੈ ਤੇ ਕਹਿੰਦਾ ਹੈ ਤੁਹਾਡੇ ਵਿੱਚੋਂ ਬਾਜ ਸਿੰਘ ਕਿਹੜਾ? ਤੇ ਬਾਜ ਸਿੰਘ ਜਿਹੜਾ ਹੈ ਉਹ ਕਹਿੰਦਾ ਹਾਂ ਦੱਸ ਮੈਂ ਆ। ਕਹਿਣ ਲੱਗਿਆ ਤੇਰੇ 'ਚ ਕਿੰਨੀ ਕੁ ਤਾਕਤ ਹੈ? ਮੈਂ ਸੁਣਿਆ ਬੜਾ ਬਾਜ ਵਾਂਗੂ ਝਪਟਾ ਮਾਰਦਾ। ਕਹਿੰਦਾ ਖੋਲ ਕੇ ਦੇਖ ਤੈਨੂੰ ਦੱਸ ਦਿਆਂਗੇ। ਜਿਸ ਵੇਲੇ ਕਹਿੰਦੇ ਫਖਰ ਸਿੰਘ ਨੇ ਹੁਕਮ ਦਿੱਤਾ ਤੇ ਇਹਦੀਆਂ ਬੇੜੀਆਂ ਲਾ ਦਿੱਤੀਆਂ, ਹਜੇ ਹੱਥ ਘੜੀਆਂ ਨਹੀਂ ਸੀ ਖੋਲੀਆਂ, ਬੇੜੀਆਂ ਲੈਂਦਿਆਂ ਹੀ ਬਾਜ ਸਿੰਘ ਨੇ ਐਸੀ ਝਪਟ ਮਾਰੀ, 2-3 ਤਾਂ ਸਿਪਾਹੀ ਮਾਰਤੇ। ਤੇ ਜਦ ਫਖਰ ਸਿੰਘ ਨੂੰ ਪੈ ਗਿਆ ਤੇ ਫਿਰ ਕਹਿੰਦੇ ਫੜੋ ਇਸ ਨੂੰ। ਬਾਜ ਸਿੰਘ ਨੂੰ ਫੜ ਲਿਆ। ਉਸ ਤੋਂ ਬਾਅਦ ਕਹਿੰਦੇ ਇੱਕ ਮਾਤਾ ਆਈ ਆ ਉੱਥੇ, ਜਦੋਂ ਰੋਜ਼ਾਨਾ 100 ਸਿੰਘਾਂ ਨੂੰ ਸ਼ਹੀਦ ਕਰਨ ਲੱਗੇ। ਨਾਲੇ ਇਹ ਕਹਿੰਦੇ ਆ ਕਿ ਤੁਸੀਂ ਮੁਸਲਮਾਨ ਬਣ ਜਾਓ। ਅੱਗੋਂ ਸਿੰਘ ਸਿਰ ਮਾਰਦੇ ਆ ਕਿ ਨਹੀਂ, ਅਸੀਂ ਆਪਣਾ ਧਰਮ ਨਹੀਂ ਛੱਡਣਾ, ਸ਼ਹੀਦ ਭਾਵੇਂ ਹੋ ਜਾਈਏ। ਗੁਰੂ ਪਿਆਰਿਓ, ਇਸ ਤਰ੍ਹਾਂ ਰੋਜ਼ਾਨਾ 100 ਸਿੰਘਾਂ ਨੂੰ ਸ਼ਹੀਦ ਕਰਦੇ ਹਨ ਤੇ ਬੰਦਾ ਸਿੰਘ ਨੂੰ ਕੋਸ਼ਿਸ਼ ਕਰਦੇ ਆ ਕਿ ਸਾਡੀ ਈਨ ਮੰਨ ਕੇ ਤੇ ਸਾਡੇ ਧਰਮ ਦੇ ਵਿੱਚ ਆ ਜਾਵੇ। ਮਨਾਉਣਾ ਚਾਹੁੰਦੇ ਆ ਡਰਾ ਕੇ। ਇੱਕ ਦਿਨ ਇੱਕ ਮਾਤਾ ਆਈ ਆ ਤੇ ਉਹ ਮਾਤਾ ਕਹਿਣ ਲੱਗੀ ਭਾਈ ਮੇਰੇ ਬੱਚੇ ਦਾ ਤਾਂ ਨਵੀਂ ਸ਼ਾਦੀ ਹੋਈ ਆ, ਉਹ ਤਾਂ ਸਿੱਖ ਹੀ ਨਹੀਂ ਹੈਗਾ, ਤੁਹਾਡੇ ਸਿਪਾਹੀਆਂ ਨੇ ਗਲਤੀ ਨਾਲ ਫੜ ਲਿਆਂਦਾ। ਕਹਿੰਦੀ ਉਸ ਮਾਈ ਨੂੰ ਫਖਰ ਸ਼ੀਰ ਕੋਲ ਲਗਾਏ ਔਰ ਫਖਰ ਸ਼ੀਰ ਨੇ ਚਿੱਠੀ ਲਿਖਤੀ। ਕਹਿੰਦੇ ਪੁੱਛੋ ਇਹਦੀ ਮਾਂ ਦਾ ਬੱਚਾ ਕਿਹੜਾ ਹੈ, ਜੇ ਉਹ ਕਹੇ ਕਿ ਮੈਂ ਸਿੱਖ ਨਹੀਂ ਉਹਨੂੰ ਛੱਡ ਦਿਓ। ਕਹਿੰਦੇ ਉਹ ਚਿੱਠੀ ਲੈ ਕੇ ਉਹ ਕੈਦੀਆਂ ਦੇ ਕੋਲ ਗਏ ਵੀ ਤੁਹਾਡੇ 'ਚੋਂ ਆਹ ਬੱਚਾ ਕਿਹੜਾ, ਆਹ ਸਿੱਖ ਕਿਹੜਾ ਹੈ? ਉਹ ਸਾਹਮਣੇ ਆ, ਕਹਿੰਦਾ ਇਹ ਤਾਂ ਮੇਰਾ ਨਾਮ ਹੈ, ਦੱਸੋ। ਕਹਿੰਦੇ ਤੇਰੀ ਮਾਂ ਆਈ ਆ, ਉਹ ਕਹਿੰਦੀ ਮੇਰਾ ਮੁੰਡਾ ਸਿੱਖ ਨਹੀਂ ਹੈਗਾ, ਇਸ ਕਰਕੇ ਬਾਦਸ਼ਾਹ ਨੇ ਕਿਹਾ ਤੈਨੂੰ ਛੱਡ ਦਿੱਤਾ ਜਾਵੇ, ਤੂੰ ਜਾ ਚਲਿਆ ਜਾ, ਦੱਸ ਕੇ ਤੂੰ ਸਿੰਘ ਨਹੀਂ ਹੈਗਾ। ਕਹਿੰਦੇ ਕੌਣ ਕਹਿੰਦਾ ਮੇਰੀ ਮਾਂ ਝੂਠ ਬੋਲਦੀ ਆ, ਮੈਂ ਸਿੰਘ ਹਾਂ, ਕੋਈ ਸਤਨਾਮ ਮੈਂ ਕਿਤੇ ਨਹੀਂ ਜਾਣਾ। ਮਾਂ ਮੋਹ ਦੇ ਵਿੱਚ ਆ ਕੇ ਕਹਿੰਦੀ ਹੈ ਕਿ ਮੇਰਾ ਨਵਾਂ ਪੁੱਤਰ ਵਿਆਹਿਆ ਹੈ, ਹਜੇ ਥੋੜ੍ਹੇ ਦਿਨ ਪਹਿਲਾਂ ਸ਼ਾਦੀ ਹੋਈ ਹੈ, ਪਰ ਸਿੰਘ ਦਾ ਦ੍ਰਿੜ ਇਰਾਦਾ, ਕਹਿਣ ਲੱਗਿਆ ਮੈਂ ਸਿੰਘ ਹਾਂ, ਮੈਂ ਆਪਣੇ ਸਾਥੀਆਂ ਦੇ ਨਾਲ ਹੀ ਜਾਵਾਂਗਾ, ਸ਼ਹੀਦ ਹੋਵਾਂਗਾ ਇੱਥੇ, ਮੈਨੂੰ ਪਹਿਲਾਂ ਸ਼ਹੀਦ ਕਰੋ, ਮੈਂ ਜਾਣਾ ਚਾਹੁੰਦਾ ਹਾਂ, ਮੈਂ ਮਾਂ ਦੇ ਨਾਲ ਨਹੀਂ ਜਾਣਾ, ਮੈਂ ਸਿੰਘ ਹਾਂ। ਉਹਨਾਂ ਨੇ ਵਾਪਸ ਆ ਕੇ ਉਸ ਮਾਂ ਨੂੰ ਦੱਸਿਆ ਬੇਬੇ ਉਹ ਕਹਿੰਦਾ ਮੈਂ ਸਿੰਘ ਹਾਂ, ਤੂੰ ਕਹਿੰਦੀ ਉਹ ਸਿੱਖ ਨਹੀਂ ਹੈਗਾ। ਤੇ ਇਸ ਤਰ੍ਹਾਂ ਉਹ ਸਿੰਘ ਦੀ ਵੀ ਸ਼ਹੀਦੀ ਹੋਈ। ਇਹੋ ਜਿਹੀਆਂ ਹੋਰ ਕਈ ਘਟਨਾਵਾਂ ਹੋਈਆਂ। ਅਖੀਰ ਬੰਦਾ ਸਿੰਘ ਬਹਾਦਰ ਦੀ ਵਾਰੀ ਆਈ। ਗੁਰੂ ਪਿਆਰਿਓ, ਬੰਦਾ ਸਿੰਘ ਬਹਾਦਰ ਨੂੰ ਇਹਨਾਂ ਨੇ ਫਿਰ ਤਸੀਹੇ ਦੇ ਕੇ ਈਨ ਮਨਾਉਣੀ ਚਾਹੀ। ਬਹੁਤ ਕੁਝ ਕੀਤਾ ਗੁਰੂ ਪਿਆਰਿਓ। ਜਮੂਰਾਂ ਨੂੰ ਗਰਮ ਕਰਕੇ ਅੱਗ ਦੇ ਵਿੱਚ ਲਾਲ ਕਰਕੇ ਤੇ ਫਿਰ
ਡੌਲਿਆਂ ਤੋਂ ਮਾਸ ਪੱਟਦੇ ਆ, ਨਹੁੰ ਖਿੱਚਦੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਈਨ ਮੰਨ ਜਾਵੇ। ਕਿਉਂਕਿ ਫਖਰ ਸ਼ੀਰ ਨੇ ਇੱਕ ਗੁਰੂ ਪਿਆਰਿਓ ਗੱਲ ਕਹੀ ਸੀ, ਕਹਿੰਦਾ ਜੇ ਕਿਤੇ ਮੇਰੇ ਵੇਲੇ ਗੁਰੂ ਗੋਬਿੰਦ ਸਿੰਘ ਹੁੰਦਾ ਤੇ ਮੈਂ ਗੋਡੀਆਂ ਲਵਾ ਦਿੰਦਾ। ਤੇ ਬੰਦਾ ਸਿੰਘ ਬਹਾਦਰ ਕਹਿੰਦਾ ਉਹ ਤਾਂ ਉਹ ਸੀ, ਮੈਂ ਉਹਦਾ ਸਿੱਖਾਂ ਤੋਂ ਮੇਰੀਆਂ ਗੋਡੀਆਂ ਲਵਾ ਕੇ ਵਿਖਾ। ਕੋਈ ਸਤਨਾਮ ਸੀ। ਇਸ ਕਰਕੇ ਫਖਰ ਸ਼ੀਰ ਗੁੱਸੇ ਦੇ ਵਿੱਚ ਆਇਆ, ਬੰਦਾ ਸਿੰਘ ਬਹਾਦਰ ਨੂੰ ਈਨ ਮਨਾਉਣ ਦੀ ਕੋਸ਼ਿਸ਼ ਕਰਦਾ ਹੈ, ਜਲਦੀ ਸ਼ਹੀਦ ਨਹੀਂ ਕਰਦਾ। ਇਸ ਕਰਕੇ ਉਹ ਵਾਰ-ਵਾਰ ਤਸੀਹੇ ਦਿੰਦਾ ਹੈ। ਮਾਸ ਡੌਲਿਆਂ ਤੋਂ ਖਿੱਚਿਆ ਗਿਆ, ਸਰੀਰ ਤੋਂ ਮਾਸ ਪੱਟਿਆ ਗਿਆ, ਜਮੂਰਾਂ ਦੇ ਨਾਲ ਨਹੁੰ ਪੱਟੇ ਗਏ, ਨਹੀਂ ਮੰਨਦਾ। ਅਖੀਰ ਗੁਰੂ ਪਿਆਰੋ ਇਸ ਦਾ ਬੱਚਾ ਸੀ ਭਾਈ ਅਜੈ ਸਿੰਘ ਛੋਟਾ ਜਿਹਾ, ਉਸ ਨੂੰ ਲਿਆਂਦਾ ਗਿਆ। ਇਸ ਦੀ ਘਰਵਾਲੀ ਜਿਹੜੀ ਹੈ ਉਸ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਉਸ ਤੋਂ ਪਹਿਲਾਂ ਕਿ ਮੇਰੀ ਬੇਅਦਬੀ ਹੋਵੇ ਤੇ ਮੈਂ ਆਪਣੇ ਸਰੀਰ ਨੂੰ ਖਤਮ ਕਰ ਦੇਵਾਂ। ਉਸ ਨੇ ਵੀ ਸ਼ਹੀਦੀ ਪਾ ਲਈ ਹੈ। ਇਹਦੇ ਬੱਚੇ ਨੂੰ ਲਿਆਂਦਾ ਗਿਆ, ਇਹਦੇ ਕੋਲ ਲਿਆ ਕੇ ਕਹਿੰਦੇ ਇਹਨੂੰ ਮਾਰ। ਕਹਿਣ ਲੱਗੇ ਜਿਹੜਾ ਸਿੰਘ ਹੈ ਜਾਂ ਸਿੱਖ ਹੈ ਉਹ ਗਊ ਗਰੀਬ ਤੇ ਬੱਚੇ ਬੁੱਢੇ ਤੇ ਇਸਤਰੀ ਤੇ ਨਿਹੱਥੇ ਖਾਲੀ ਸ਼ਸਤਰ ਤੋਂ ਬਗੈਰ ਬੰਦੇ ਤੇ ਵੀ ਵਾਰ ਨਹੀਂ ਕਰਦਾ। ਮੈਂ ਕਿਵੇਂ ਮਾਰਾਂ ਇਸ ਨੂੰ? ਮੈਂ ਨਹੀਂ ਮਾਰਦਾ। ਕਹਿਣ ਲੱਗੇ ਫਿਰ ਅਸੀਂ ਮਾਰਾਂਗੇ। ਤੁਸੀਂ ਮਾਰੋ, ਤੁਹਾਡਾ ਕੰਮ ਹੈ, ਇਹ ਮੇਰਾ ਬੱਚਾ ਵੀ ਵੱਡਾ ਸ਼ਹੀਦ ਹੋਵੇਗਾ। ਅਖੀਰ ਉਹਨਾਂ ਨੇ ਅਜੈ ਸਿੰਘ ਨੂੰ ਵੀ ਗੁਰੂ ਪਿਆਰੋ ਬਰਛੀ ਦੇ ਨਾਲ ਮਾਰ ਕੇ ਔਰ ਉਹਦੀ ਛਾਤੀ ਦੇ ਵਿੱਚੋਂ ਛੋਟਾ ਜਿਹਾ ਧੜਕਦਾ ਦਿਲ ਕੱਢਿਆ, ਜਿਗਰ ਕੱਢਿਆ ਔਰ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾ ਕੇ ਕਹਿੰਦੇ ਕਿਵੇਂ ਲੱਗਦਾ? ਕਹਿੰਦੇ ਐਦੋਂ ਮਿੱਠੀ ਮਠਿਆਈ ਹੋਰ ਕਿਹੜੀ ਹੋ ਸਕਦੀ ਆ? ਇਉਂ ਲੱਗਦਾ ਜਿਵੇਂ ਕੋਈ ਸਹੁਰੇ ਆਪਣੇ ਜਵਾਈ ਦਾ ਮੂੰਹ ਮਿੱਠਾ ਕਰਾਉਂਦੇ ਆ। ਕੋਈ ਸਤਨਾਮ। ਉਹਨਾਂ ਨੂੰ ਹੋਰ ਗੁੱਸਾ ਆਇਆ ਵੀ ਐਦਾਂ ਬੋਲਦੇ ਆ, ਹਜੇ ਵੀ ਨਹੀਂ ਮੰਨਦੇਗੇ। ਅਖੀਰ ਗੁਰੂ ਪਿਆਰੋ ਕਹਿੰਦੇ ਬੰਦਾ ਸਿੰਘ ਬਹਾਦਰ ਨੂੰ ਇਹਨਾਂ ਨੇ ਅਨੇਕਾਂ ਤਰ੍ਹਾਂ ਦੇ ਤਸੀਹੇ ਦੇ ਕੇ ਇੱਕ ਅੱਖ ਕੱਢੀ ਆ, ਫੇਰ ਪੁੱਛਦੇ ਆ, ਦੂਜੀ ਅੱਖ ਕੱਢਤੀ, ਫੇਰ ਪੁੱਛਦੇ ਆ, ਹੱਥ ਪੈਰ ਕੱਟਦੇ ਆ। ਇਸ ਤਰ੍ਹਾਂ ਅਖੀਰ ਬੰਦਾ ਸਿੰਘ ਬਹਾਦਰ ਜਿਹੜਾ ਹੈ ਦੇਸ਼ ਕੌਮ ਦਾ ਇੱਕ ਮਹਾਨ ਸ਼ਹੀਦ ਹੈ, ਜਿਹੜਾ ਗੁਰੂ ਪਿਆਰਿਓ ਆਪਣੀ ਜਿੱਦ ਉੱਤੇ ਅੜਿਆ ਹੋਇਆ, ਸੱਚ ਦੇ ਨਾਲ ਜੁੜਿਆ ਹੋਇਆ, ਗੁਰੂ ਚਰਨ ਨਾਲ ਜੁੜਿਆ ਹੋਇਆ ਸ਼ਹੀਦੀ ਪਾ ਜਾਂਦਾ ਹੈ। ਤੇ ਉਸ ਤੋਂ ਬਾਅਦ ਇਸ ਦੇ ਰਹਿੰਦੇ ਸਾਥੀ ਸਿੰਘਾਂ ਨੂੰ ਵੀ ਸ਼ਹੀਦ ਕਰ ਦਿੰਦੇ ਆ। ਪਰ ਉਹਨਾਂ ਦਾ ਜਿਹੜਾ ਮਕਸਦ ਸੀ ਕਿ ਸ਼ਾਇਦ ਕੋਈ ਨਾ ਕੋਈ ਸਿੱਖ ਕਹਿ ਦੇਵੇ ਕਿ ਜਿਹੜਾ ਮੈਂ ਸਿੱਖ ਨਹੀਂ ਹਾਂ, ਪਰ ਕਿਸੇ ਨੇ ਵੀ ਨਹੀਂ ਕਿਹਾ। ਸਾਰੇ ਹੱਸ ਕੇ ਸ਼ਹੀਦੀਆਂ ਪਾ ਗਏ। ਲਗਭਗ 1716 ਦੇ ਵਿੱਚ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੀਆਂ ਸ਼ਹੀਦੀਆਂ ਹੋਈਆਂ। ਤਾਂ ਗੁਰੂ ਪਿਆਰੋ 1734 ਦੇ ਵਿੱਚ ਭਾਈ ਤਾਰੂ ਸਿੰਘ ਵਾਲੀ ਘਟਨਾ ਘਟਦੀ ਹੈ। ਭਾਈ ਤਾਰੂ ਸਿੰਘ ਜੀ ਦਾ ਜਨਮ ਹੋਇਆ ਮਾਝੇ ਦੇ ਇਲਾਕੇ ਦੇ ਵਿੱਚ। ਤੇ ਗੁਰੂ ਪਿਆਰਿਓ ਜਿਸ ਵੇਲੇ ਉਹਨਾਂ ਦਾ ਜਨਮ ਹੋਇਆ, ਇੱਕ ਜ਼ਿਮੀਂਦਾਰ ਘਰਾਣਾ ਹੈ, ਜ਼ਿਮੀਂਦਾਰ ਪਰਿਵਾਰ ਹੈ, ਖੇਤੀਬਾੜੀ ਕਰਨ ਵਾਲੇ ਹਨ। ਜਿਸ ਵੇਲੇ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋ ਗਈ ਤੇ ਜ਼ਕਰੀਆ ਖਾਨ ਨੇ, ਮੌਕੇ ਦੀਆਂ ਸਰਕਾਰਾਂ ਨੇ ਜ਼ੁਲਮ ਦੀ ਹਨੇਰੀ ਲਿਆ ਦਿੱਤੀ, ਬਈ ਸਿੰਘਾਂ ਦਾ ਖੁਰਾ ਖੋਜ ਮਿਟਾ ਦਿਓ, ਇਹਨਾਂ ਨੂੰ ਖਤਮ ਕਰੋ, ਜਿੱਥੇ ਮਿਲਦੀ ਆ ਉੱਥੋਂ ਫੜ ਲਓ। ਇੱਥੋਂ ਤੱਕ ਕਹਿ ਦਿੱਤਾ ਕਿ ਜੇ ਕੋਈ ਸਾਨੂੰ ਸਿੱਖ ਮਿਲਦਾ ਉਹਦਾ ਸਿਰ ਕੱਟ ਕੇ ਲਿਆਓ ਤੇ ਅਸੀਂ ਤੁਹਾਨੂੰ ਉਹਦੇ ਪੈਸੇ ਦੇਵਾਂਗੇ। ਉਸ ਵੇਲੇ ਸਿੰਘਾਂ ਦੇ ਸਿਰਾਂ ਦਾ ਮੁੱਲ ਪਿਆ 80 ਰੁਪਏ। ਤਾਂ ਕਈ ਲੋਕ ਤਾਂ ਗੁਰੂ ਪਿਆਰਿਓ ਜਿਹੜੀਆਂ ਲੜਕੀਆਂ ਸਨ ਉਹਨਾਂ ਨੂੰ ਵੀ ਵੱਢ ਕੇ ਸਿਰ ਲੈ ਜਾਂਦੇ। ਕਹਿੰਦੇ ਇਹ ਹਜੇ ਛੋਟਾ ਬੱਚਾ ਸੀ ਸਿੱਖਾਂ ਦਾ, ਇਸ ਦੇ ਹਜੇ ਕੇਸ ਨਹੀਂ, ਆਪਣਾ ਦਾੜਾ ਨਹੀਂ ਆਇਆ। ਕੇਸ ਤਾਂ ਬੱਚੀਆਂ ਦੇ ਵੀ ਆ ਹੀ ਜਾਂਦੇ ਆ ਬਚਪਨ ਤੋਂ, ਇਹਦੇ ਹਜੇ ਦਾੜੀ ਨਹੀਂ ਆਈ, ਇਹ ਬੱਚਾ ਹੈ। ਬਹੁਤ ਸਾਰੇ ਲੋਕਾਂ ਨੇ ਇਸ ਤਰ੍ਹਾਂ ਗੁਰੂ ਪਿਆਰਿਓ ਸਿੰਘਾਂ ਨੂੰ ਖਤਮ ਕਰਨਾ ਸ਼ੁਰੂ ਕੀਤਾ ਤੇ ਸਿੰਘ ਜਿਹੜੇ ਸਨ ਉਹ ਜੰਗਲਾਂ ਦੇ ਵਿੱਚ ਰਹਿਣ ਲੱਗੇ। ਇੱਧਰ ਭਾਈ ਤਾਰੂ ਸਿੰਘ ਜੀ ਅਤੇ ਉਹਨਾਂ ਦੀ ਇੱਕ ਭੈਣ ਹੈ, ਇੱਕ ਮਾਤਾ ਹੈ। ਇਹਨਾਂ ਨੇ ਸਲਾਹ ਬੁਲਾਈ ਕਿ ਜਿਹੜੇ ਸਿੰਘ ਜੰਗਲਾਂ ਵਿੱਚ ਰਹਿੰਦੇ ਹੈ ਉਹਨਾਂ ਦੀ ਸੇਵਾ ਕੀਤੀ ਜਾਵੇ, ਉਹਨਾਂ ਨੂੰ ਪ੍ਰਸ਼ਾਦੇ ਪਾਣੀ ਦਾ ਇੰਤਜ਼ਾਮ ਕੀਤਾ ਜਾਵੇ। ਤੇ ਇਹਨਾਂ ਨੇ ਲੰਗਰ ਚਲਾਇਆ ਔਰ ਲੰਗਰ ਦੇ ਵਿੱਚ ਜਿੱਥੇ ਹੋਰ ਸੰਗਤਾਂ ਪ੍ਰਸ਼ਾਦਾ ਛਕਦੀਆਂ, ਹੋਰ ਲੋਕ ਛਕਦੇ ਆ, ਉੱਥੇ ਗੁਰੂ ਪਿਆਰਿਓ ਉਹ ਸਿੰਘ ਵੀ ਆ ਕੇ ਛਕ ਜਾਂਦੇ ਆ। ਤੇ ਚੁਗਲਖੋਰ ਜਿਹੜੇ ਸਰਕਾਰਾਂ ਤੋਂ ਜ਼ਮੀਨਾਂ ਲੈਣ ਵਾਲੇ, ਅੱਜ ਬਹੁਤ ਸਾਰੇ ਲੋਕ ਐਸੇ ਹੈ ਦੁਨੀਆ ਦੇ ਵਿੱਚ ਜਿਨ੍ਹਾਂ ਨੇ ਉਸ ਵੇਲੇ ਮੁਗਲਾਂ ਤੋਂ, ਅੰਗਰੇਜ਼ਾਂ ਤੋਂ ਜ਼ਮੀਨਾਂ ਲੈ ਕੇ ਲਾਲਚ ਦੇ ਵਿੱਚ ਆ ਕੇ ਸਿੰਘਾਂ ਦੀਆਂ ਚੁਗਲੀਆਂ ਕੀਤੀਆਂ ਗੁਰੂ ਪਿਆਰਿਓ। ਤੇ ਜਿਸ ਵੇਲੇ ਭਾਈ ਤਾਰੂ ਸਿੰਘ ਜੀ ਗੁਰੂ ਪਿਆਰਿਓ ਇਹ ਕਾਰਜ ਕਰਨ ਲੱਗਿਆ, ਉਸ ਵੇਲੇ ਫਿਰ ਹਰਭਗਤ ਨਿਰੰਜਨੀ ਹੈ, ਉਸ ਨੇ ਜਾ ਕਰਕੇ ਜ਼ਕਰੀਆ ਖਾਨ ਨੂੰ ਦੱਸਿਆ ਕਿ ਤੁਹਾਡੇ ਰਾਜ ਦੇ ਵਿੱਚ ਤੁਸੀਂ ਕਹਿ ਲਓ ਸਿੰਘ ਖਤਮ ਕਰ ਦਿਆਂਗੇ, ਸਿੰਘ ਜੰਗਲਾਂ ਵਿੱਚ ਰਹਿੰਦੇ ਹਨ,
ਔਰ ਇੱਕ ਤਾਰੂ ਸਿੰਘ ਨਾਮ ਦਾ ਲੜਕਾ ਹੈ, ਸਿੱਖ ਹੈ, ਜਿਹੜਾ ਕਿ ਲੰਗਰ ਚਲਾਉਂਦਾ ਤੇ ਉਹਨਾਂ ਸਿੰਘਾਂ ਨੂੰ ਪ੍ਰਸ਼ਾਦੇ ਛਕਾਉਂਦਾ ਜੰਗਲ ਵਿੱਚ ਰਹਿਣ ਵਾਲਿਆਂ ਨੂੰ। ਤੇ ਗੁਰੂ ਪਿਆਰੋ ਇਹ ਬਹਾਨਾ ਬਣਾ ਕਰਕੇ ਇਹਨਾਂ ਨੇ ਭਾਈ ਤਾਰੂ ਸਿੰਘ ਨੂੰ ਗੁਰੂ ਪਿਆਰੋ ਫੜ ਲਿਆ ਔਰ ਇਹਨਾਂ ਨੇ ਉਸ ਨੂੰ ਫਿਰ ਉਸੇ ਤਰ੍ਹਾਂ ਹੀ ਈਨ ਮਨਾਉਣੀ ਚਾਹੀਏ, ਨੀਂਦ ਮਨਾਉਣੀ ਸ਼ੁਰੂ ਕਰਦੇ ਆ। ਭਾਈ ਤਾਰੂ ਸਿੰਘ ਜੀ ਈਨ ਨਹੀਂ ਮੰਨਦੇ। ਅਖੀਰ ਗੁਰੂ ਪਿਆਰਿਓ ਜਦੋਂ ਕਈ ਦਿਨ ਇਹਨਾਂ ਨੇ ਤਸੀਹੇ ਦਿੱਤੇ, ਭਾਈ ਤਾਰੂ ਸਿੰਘ ਨਹੀਂ ਡੋਲੇ ਔਰ ਬਾਰ-ਬਾਰ ਉਹ ਕਹਿੰਦਾ ਹੈ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ। ਕਹਿਣ ਲੱਗੇ ਤੇਰੀ ਸਿੱਖੀ ਦਾ ਸਿਦਕ ਹੀ ਦੇਖਦੇ ਆ। ਪਹਿਲਾਂ ਤੇ ਜਲਾਦਾਂ ਨੂੰ ਕਹਿਣ ਲੱਗਿਆ ਜ਼ਕਰੀਆ ਖਾਨ ਕੇ ਇਹਦੇ ਕੇਸ ਕੱਟ ਦਿਓ। ਜਿਹੜਾ ਕਹਿੰਦਾ ਨਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਾਵੇ, ਇਹਦੇ ਕੇਸ ਕੱਟੋ। ਤੇ ਕਹਿਣ ਲੱਗੇ ਫਿਰ ਜੋ ਕੇਸ ਕੱਟਣ ਤੇ ਗੱਲ ਆਈ ਤੇ ਭਾਈ ਸਾਹਿਬ ਜੀ ਅਰਦਾਸ ਕਰਦੇ ਆ, ਹੇ ਸਤਿਗੁਰੂ ਮੈਂ ਸਿੱਖੀ ਨੂੰ ਬਰਕਰਾਰ ਰੱਖਿਆ, ਹੁਣ ਤੂੰ ਕਿਰਪਾ ਕਰ ਕਿ ਮੇਰੇ ਸਵਾਸ ਨਿਕਲ ਤੋਂ ਪਹਿਲਾਂ ਮੇਰੇ ਕੇਸ ਨਾ ਕੱਟੇ ਜਾਣ। ਜ਼ਕਰੀਆ ਖਾਨ ਜਲਾਦਾਂ ਨੂੰ ਹੁਕਮ ਦਿੰਦਾ ਹੈ ਔਰ ਉਸ ਵੇਲੇ ਕੀ ਘਟਨਾ ਘਟੀ ਹੈ, ਜਲਾਦਾਂ ਨੂੰ ਕੀ ਦਿਸਿਆ ਕੀ ਨਹੀਂ ਦਿਸਿਆ, ਉਹਨਾਂ ਨੂੰ ਜਿਹੜੇ ਕੇਸ ਕੱਟਣ ਆਏ ਹੈ ਉਹ ਭਾਈ ਸਾਹਿਬ ਜੀ ਦੇ ਕੇਸ ਕੱਟਣ ਤੋਂ ਜਵਾਬ ਦਿੰਦੇ ਆ। ਕਹਿੰਦੇ ਵੀ ਅਸੀਂ ਇਹਦੇ ਕੇਸ ਨਹੀਂ ਕੱਟ ਸਕਦੇ। ਤਾਂ ਉਸ ਤੋਂ ਬਾਅਦ ਫਿਰ ਜ਼ਕਰੀਆ ਖਾਨ ਗੁੱਸੇ ਵਿੱਚ ਆਇਆ, ਕਹਿੰਦਾ ਕੇਸ ਨਹੀਂ ਕੱਟਣੇ ਤਾਂ ਖੋਪੜੀ ਲਾ ਦਿਓ। ਭਾਈ ਸਾਹਿਬ ਜੀ ਨੇ ਸ਼ੁਕਰੀਆ ਕੀਤਾ, ਕਹਿੰਦੇ ਸ਼ੁਕਰ ਹੈ ਸਤਿਗੁਰੂ, ਆ ਠੀਕ ਆ, ਖੋਪੜੀ ਲੈ ਜੇ ਧੌਣ ਵੱਢੀ ਜਾਵੇ, ਟੋਟੇ ਟੋਟੇ ਹੋ ਜਾਵਾਂ, ਪਰ ਸ਼ੁਕਰ ਹੈ ਕਿ ਮੈਂ ਮਰਨ ਤੋਂ ਪਹਿਲਾਂ ਕੇਸ ਨਹੀਂ ਕਟਾਏ। ਤੁਹਾਡੇ ਬਚਨ ਪੂਰੇ ਹੋਏ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਾਵੇ। ਤੇ ਅਖੀਰ ਜ਼ਕਰੀਆ ਖਾਨ ਦੇ ਜਲਾਦਾਂ ਨੇ ਗੁਰੂ ਪਿਆਰੋ ਰੰਬੀ ਤੇ ਹਥੌੜੀ ਲੈ ਕਰਕੇ ਇਥੋਂ ਰੰਬੀ ਦੇ ਨਾਲ ਕੱਟ ਕੇ ਖੋਪੜੀ ਸਮੇਤ ਕੇਸਾਂ ਦੇ ਲਾ ਕੇ ਮੂਹਰੇ ਰੱਖ ਦਿੱਤੀ ਹੈ। ਭਾਈ ਸਾਹਿਬ ਜੀ ਚੌਂਕੜਾ ਮਾਰ ਕੇ ਬੈਠੇ ਨੇ ਔਰ ਇੱਧਰ ਖੋਪੜੀ ਲੱਥੀ ਹੈ ਤੇ ਉਧਰ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ। ਬੜੇ ਵੈਦਾਂ ਦੇ ਕੋਲੋਂ ਦਵਾਈਆਂ ਲਈਆਂ, ਕੋਈ ਦਵਾਈ ਨੇ ਕੰਮ ਨਾ ਕੀਤਾ। ਅਖੀਰ ਗੁਰੂ ਪਿਆਰਿਓ ਉਹਨਾਂ ਨੇ ਆਪਣੇ ਬੰਦੇ ਭੇਜੇ ਜ਼ਕਰੀਆ ਖਾਨ ਨੇ। ਕਿਸੇ ਨੇ ਕਿਹਾ ਬਈ ਤੂੰ ਸਿੰਘਾਂ ਨੂੰ ਦੁੱਖ ਦਿੰਦਾ, ਹੁਣ ਤੈਨੂੰ ਇਸ ਦੀ ਸਜ਼ਾ ਪਰਮੇਸ਼ਰ ਨੇ ਦਿੱਤੀ ਹੈ, ਮਾਫੀ ਮੰਗ ਲਾ। ਉਹਨਾਂ ਨੇ ਪੰਥ ਕੋਲੋਂ ਮਾਫੀ ਮੰਗਣ ਦੇ ਵਾਸਤੇ ਬੰਦੇ ਭੇਜੇ ਤੇ ਗੁਰੂ ਕੇ ਸਿੰਘ ਜਿਹੜੇ ਉਹਨਾਂ ਨੂੰ ਮਿਲੇ ਉਹ ਕਹਿੰਦੇ ਅਸੀਂ ਕੁਛ ਨਹੀਂ ਕਰ ਸਕਦੇ। ਇਹ ਬੰਦਾ ਸਿੰਘ ਆਪਣਾ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਮਰਜ਼ੀ ਆ ਉਹ ਕੀ ਕਹਿੰਦਾ। ਤੇ ਤਾਰੂ ਸਿੰਘ ਨੇ ਖੋਪੜੀ ਕੱਟਣ ਵੇਲੇ ਕਿਹਾ ਸੀਗਾ ਕਿ ਦੁਸ਼ਟਾ ਮੈਂ ਸ਼ਹੀਦ ਹੋਣ ਤੋਂ ਪਹਿਲਾਂ ਤੈਨੂੰ ਜੁੱਤੀ ਦੇ ਮੂਹਰੇ ਲਾ ਕੇ ਲਿਜਾਵਾਂਗਾ, ਲੈ ਕੇ ਤੈਨੂੰ ਵੀ ਨਾਲ ਹੀ ਜਾਊਂਗਾ, ਛੱਡ ਕੇ ਤੈਨੂੰ ਵੀ ਨਹੀਂ ਜਾਂਦਾ। ਇਹ ਬਚਨ ਹੋਇਆ ਸੀਗਾ। ਪਾਤਸ਼ਾਹ ਦਾ ਬਚਨ ਹੈ ਸਾਧ ਜੇ ਬੋਲੇ ਸਹਿਜ ਸੁਭਾਏ, ਸਾਧਕਾ ਬੋਲਿਆ ਬਿਰਥਾ ਨਾ ਜਾਏ। ਤਾਂ ਇਸ ਕਰਕੇ ਗੁਰੂ ਪਿਆਰਿਓ ਭਾਈ ਤਾਰੂ ਸਿੰਘ ਦੇ ਬਚਨ ਸਤਿਗੁਰ ਨੇ ਪੂਰੇ ਕੀਤੇ। ਜਿਵੇਂ ਮਤੀ ਦਾਸ ਕਹਿੰਦਾ ਮੈਂ ਜਪਜੀ ਸਾਹਿਬ ਪੜ੍ਹਨਾ, ਆਰਾ ਹੌਲੀ ਚਲਾ, ਤੇ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਮਤੀ ਦਾਸ ਫਿਕਰ ਨਾ ਕਰ, ਤੇਰੀ ਇੱਛਾ ਮੈਂ ਪੂਰੀ ਕਰਾਂਗਾ, ਭਾਵੇਂ ਦੋ ਟੋਟੇ ਹੋ ਜਾਣ ਸਰੀਰ ਦੇ। ਸਰੀਰ ਕੱਟਿਆ ਗਿਆ, ਰਹਿੰਦਾ ਜਪਜੀ ਸਾਹਿਬ, ਦੋਨਾਂ ਹੀ ਸਾਈਡਾਂ ਤੋਂ ਸ਼ਬਦ ਉਚਾਰਿਆ ਤੇ ਸ਼ਲੋਕ ਪੂਰਾ ਹੋਇਆ। ਇਸੇ ਤਰ੍ਹਾਂ ਹੀ ਇੱਥੇ ਭਾਈ ਤਾਰੂ ਸਿੰਘ ਕਹਿਣ ਲੱਗਿਆ ਤੈਨੂੰ ਜੁੱਤੀ ਦੇ ਮੂਹਰੇ ਲਾ ਕੇ ਲਿਜਾਵਾਂਗਾ ਦੁਸ਼ਟ। ਤੇ ਉਧਰ ਪਰਮੇਸ਼ਰ ਨੇ ਕਿਰਪਾ ਕੀਤੀ, ਕਹਿੰਦੇ ਇਸ ਦੁਸ਼ਟ ਨੂੰ ਪਿਸ਼ਾਬ ਦਾ ਬਲ ਪੈ ਗਿਆ। ਜਦੋਂ ਕੋਈ ਵੀ ਦਵਾਈ ਕੰਮ ਨਹੀਂ ਕੀਤੀ ਔਰ ਸਿੰਘਾਂ ਤੋਂ ਮਾਫੀਆਂ ਮੰਗਦੇ ਆ, ਸਿੰਘ ਕਹਿਣ ਲੱਗੇ ਵੀ ਅਸੀਂ ਨਹੀਂ ਕੁਛ ਕਰ ਸਕਦੇ, ਤਾਰੂ ਸਿੰਘ ਨੂੰ ਪੁੱਛੋ। ਤਾਰੂ ਸਿੰਘ ਦੇ ਕੋਲ ਗਏ, ਭਾਈ ਤਾਰੂ ਸਿੰਘ ਕਹਿਣ ਲੱਗਿਆ ਹੁਣ ਮਾਫ ਕਰੂਗੇ ਮੇਰੀ ਜੁੱਤੀ। ਕਹਿੰਦੇ ਚੱਲ ਤੇਰੀ ਜੁੱਤੀ ਦੇ ਦੇ। ਕਹਿੰਦੇ ਪੰਥ ਦੇ ਹੁਕਮ ਤੋਂ ਬਗੈਰ ਮੈਂ ਜੁੱਤੀ ਵੀ ਨਹੀਂ ਦਿੰਦਾਗਾ, ਕਿਉਂਕਿ ਹੁਣ ਜੇ ਤੜਫੇਗਾ ਜਿੰਨਾ ਚਿਰ ਉਹਦਾ ਬੰਨ ਨਹੀਂ ਖੁੱਲਦਾ ਜਾਂ ਉਹਦੀ ਮੌਤ ਨਹੀਂ ਹੁੰਦੀ। ਅਖੀਰ ਗੁਰੂ ਪਿਆਰਿਓ ਸਿੰਘਾਂ ਨੇ ਕਿਹਾ ਚੱਲ ਤੇਰੀ ਜੁੱਤੀ ਦੇ ਦੇ। ਔਰ ਕਹਿਣ ਲੱਗੇ ਉਸ ਵੇਲੇ ਭਾਈ ਤਾਰੂ ਸਿੰਘ ਦੀ ਜੁੱਤੀ ਔਰ ਉਸ ਜੁੱਤੀ ਨੂੰ ਗੁਰੂ ਪਿਆਰਿਓ ਬਾਥਰੂਮ ਦੇ ਨਾਲ ਭਰ ਕਰਕੇ ਕਹਿੰਦੇ ਉਸ ਦੁਸ਼ਟ ਦੇ ਸਿਰ ਵਿੱਚ ਮਾਰਿਆ ਜਾ ਕੇ। ਪਰ ਉਹਦਾ ਪੂਰਾ ਬੰਨ ਖੁੱਲਿਆ ਨਹੀਂਗਾ, ਥੋੜਾ ਜਿਹਾ ਆਇਆ ਫਿਰ ਬੰਦ ਹੋ ਗਿਆ। ਥੋੜਾ ਜਿਹਾ ਰਾਹਤ ਮਿਲੀ, ਪੇਟ ਢਿੱਲਾ ਹੋਇਆ, ਕਹਿੰਦਾ ਮਾਰੀ ਚੱਲੋ। ਮਾਰਨੀਆਂ ਸ਼ੁਰੂ ਕੀਤੀਆਂ, ਪੂਰਾ ਬੰਨ ਖੁੱਲ੍ਹਦਾ ਨਹੀਂ। ਅਖੀਰ ਗੁਰੂ ਪਿਆਰੋ ਜੁੱਤੀ ਮਾਰਦਿਆਂ ਮਾਰਦਿਆਂ ਉਸ ਦੁਸ਼ਟ ਜ਼ਕਰੀਆ ਖਾਨ ਦਾ ਸਿਰ ਫਿਸ ਗਿਆ, ਤਾਲੂਆ ਫੁੱਟ ਗਿਆ ਉੱਤੋਂ। ਤੇ ਇਸ ਤਰ੍ਹਾਂ ਕੁਝ ਦਿਨਾਂ ਦੇ ਵਿੱਚ ਹੀ ਉਹ ਜ਼ਕਰੀਆ ਖਾਨ ਪਹਿਲਾਂ ਮਰ ਗਿਆ। ਇੱਧਰ ਭਾਈ ਸਾਹਿਬ ਜੀ 22 ਦਿਨ ਖੋਪੜੀ ਲੈਣ ਤੋਂ ਬਾਅਦ ਵੀ ਬੈਠੇ ਰਹੇ। 22 ਦਿਨ ਚੌਂਕੜਾ ਉੱਥੇ ਹੀ ਬੈਠਾ, ਨਾ ਕੁਝ ਖਾਧਾ ਨਾ ਪੀਤਾ ਹੈ, ਚੌਂਕੜਾ ਵੱਜਿਆ ਹੋਇਆ, ਉੱਥੇ ਹੀ ਭਾਈ ਸਾਹਿਬ ਜੀ ਬਿਰਾਜਮਾਨ ਹੈ।
ਉੱਥੇ ਹੀ ਬੈਠੇ ਗੁਰੂ ਪਿਆਰਿਓ ਜਾਪ ਕਰ ਰਹੇ ਆ, ਪਰ ਕਹਿੰਦੇ ਸਰੀਰ ਨਹੀਂ ਉਹਨਾਂ ਚਿਰ ਛੱਡਣਾ ਜਿੰਨਾ ਚਿਰ ਮੈਂ ਜ਼ਕਰੀਆ ਖਾਨ ਮਰ ਨਹੀਂ ਜਾਂਦਾ, ਇਹਨੂੰ ਜੁੱਤੀ ਦੇ ਮੂਹਰੇ ਲਾ ਕੇ ਲਿਜਾਣਾ। ਤੇ ਉਹ ਜੁੱਤੀ ਦੇ ਨਾਲ ਫਿਰ ਗੁਰੂ ਪਿਆਰਿਓ ਜ਼ਕਰੀਆ ਖਾਨ ਦੀ ਮੌਤ ਹੋਈ ਆ। ਅੱਜ ਦਿਹਾੜਾ ਉਸ ਮਹਾਨ ਕੌਮ ਦੇ ਸ਼ਹੀਦ ਗੁਰੂ ਕੇ ਪੁੱਤਰ ਭਾਈ ਤਾਰੂ ਸਿੰਘ ਜੀ ਦਾ ਹੈ, ਜਿਨੇ ਸਿੱਖੀ ਵਾਕਿਆ ਕੇਸਾ ਸਵਾਸਾ ਸੰਗ ਨਿਵਾਹੀ ਆ। ਤੋ ਇਸ ਤਰ੍ਹਾਂ ਗੁਰੂ ਪਿਆਰਿਓ ਬੰਦਾ ਸਿੰਘ ਬਹਾਦਰ ਜੀ ਨੂੰ ਤਸੀਹੇ ਦੇ ਕੇ ਦੁਸ਼ਟਾਂ ਨੇ ਸ਼ਹੀਦ ਕਰ ਦਿੱਤਾ ਹੈ। ਤੇ ਫਿਰ ਆ ਕੇ ਸਿੱਖਾਂ ਨੇ ਉੱਥੋਂ ਚੱਲ ਕੇ ਦਿੱਲੀ ਤੋਂ ਮਾਤਾ ਸੁੰਦਰੀ ਜੀ ਨੂੰ ਮਿਲਣਾ ਕੀਤਾ ਹੈ ਜੀ। ਹੀਰ ਨਿਕਸਾਇਓ ਬੰਦਾ ਮਾਰਿਓ, ਸਿੱਖ ਸੰਗਤ ਸੁਣ ਕੇ ਦੁਖ ਧਾਰਿਓ। ਜਦੋਂ ਗੁਰੂ ਪਿਆਰਿਓ ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਤੇ ਉਹਦੇ 700 ਸਾਥੀਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਸਿੱਖਾਂ ਨੂੰ, ਸੰਗਤਾਂ ਨੂੰ, ਦਿੱਲੀ ਵਾਲਿਆਂ ਨੂੰ ਪਤਾ ਲੱਗਦਾ ਹੈ, ਹੋਰ ਸਿੱਖਾਂ ਨੂੰ ਪਤਾ ਲੱਗਦਾ, ਉਹਨਾਂ ਨੇ ਬੜਾ ਦੁੱਖ ਮਨਾਇਆ ਹੈ ਜੀ। ਮਾਤਾ ਸੁੰਦਰੀ ਡਿਗ ਚਲ ਗਏ, ਸਭ ਕਰ ਜੋਰ ਬਖਾਨਤ ਪਏ। ਫਿਰ ਉਹਨਾਂ ਨੇ ਜਾ ਕਰਕੇ ਗੁਰੂ ਪਿਆਰਿਓ ਮਾਤਾ ਸੁੰਦਰੀ ਜੀ ਨੂੰ ਜਾ ਕੇ ਦੱਸਣਾ ਕੀਤਾ ਕਿ ਮਾਤਾ ਜੀ ਜਿਹੜਾ ਬੰਦਾ ਸਿੰਘ ਬਹਾਦਰ ਹੈ ਉਸ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ।